ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਖੇਤੀ ਦੇ ਵਿੱਚੋਂ ਕਿੱਦਾਂ ਮੋਟਾ ਮੁਨਾਫਾ ਕਮਾ ਸਕਦੇ ਹੋ, ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਇਹਨਾਂ ਨੇ ਫਸਲੀ ਚੱਕਰ ਛੱਡ ਕੇ ਇੱਕ ਚੰਗੀ ਫਸਲ ਨੂੰ ਪਹਿਲ ਦਿੱਤੀ, ਨਵੇਂ-ਨਵੇਂ ਐਕਸਪੈਰੀਮੈਂਟ ਕੀਤੇ, ਉਸ ਦੇ ਵਿੱਚੋਂ ਇਹਨਾਂ ਨੂੰ ਚੰਗੇ ਮੁਨਾਫੇ ਦੇ ਨਾਲ-ਨਾਲ ਇੱਕ ਚੰਗੀ ਪਹਿਚਾਣ ਵੀ ਮਿਲ ਰਹੀ ਹੈ। ਇਹਦੇ ਉੱਤੇ ਕੋਈ ਤਾਪਮਾਨ ਦਾ ਫਰਕ ਤਾਂ ਨਹੀਂ ਪੈਂਦਾ? देखो जी, ये वैसे जे असी गल करिए तो गर्म इलाके की फसल है। ये कोरे नूं बिल्कुल नहीं सहार सकती। जो भी कोरा पै जाता है उस टाइम ये पत्ते बिल्कुल ही सुक जाते हैं जी। जे मैं कहां कि पंजाब की एक त्रासदी है कि अज दे जमाने विच जो कि खेती दे विच जिहड़े चंगे जिमीदार हैगे आ ਉਹ ਆਪਣੇ ਬੱਚਿਆਂ ਨੂੰ ਪੈਰ ਨਹੀਂ ਪਾਉਣ ਦਿੰਦੇ। ਉਹ ਕਹਿੰਦੇ ਆ ਖੇਤ ਨਾ ਹੀ ਭਾਈ। ਬਾਹਰ ਵਿੱਚ ਜਦੋਂ ਦੇਖਦੇ ਆ ਕਿ 12ਵੀਂ ਕਰ ਲਈ, ਉਸ ਤੋਂ ਬਾਅਦ ਉਹ ਕਹਿੰਦੇ ਕਿ ਮੁੰਡੇ ਦਾ ਤਾਂ ਇੰਟਰਸਟ ਨਹੀਂ ਹੈਗਾ, ਮੁੰਡਾ ਤਾਂ ਕਹਿੰਦਾ ਕਿ ਬਾਹਰ ਜਾਣਾ। ਇੰਟਰਸਟ ਤਾਂ ਬਣੂਗਾ ਜੇ ਤੁਸੀਂ ਛੋਟੇ ਹੁੰਦੇ ਤੋਂ ਉਹਨੂੰ ਲੈ ਕੇ ਆਓਗੇ, ਉਹਨੂੰ ਦਿਖਾਓਗੇ ਕਿ ਖੇਤ ਵਿੱਚ ਫਸਲ ਕਿਵੇਂ ਹੁੰਦੀ ਹੈ, ਇਹਦੇ ਵਿੱਚੋਂ ਪੈਸੇ ਆਉਂਦੇ ਆ। ਕਿਸਾਨ ਲਾ ਤਾਂ ਦਿੰਦਾ ਹੈ, ਬੀਜ ਦਿੰਦਾ, ਮੁੜ ਕੇ ਵਕਤ ਪੈ ਜਾਂਦਾ ਵੀ ਇਹਨੂੰ ਸਾਂਭਣਾ ਕਿੱਦਾਂ ਆ, ਵੇਚਣਾ ਕਿੱਦਾਂ ਵਾ। ਤੁਸੀਂ ਫਿਰ ਕਿਵੇਂ ਮਾਰਕੀਟਿੰਗ ਕਿਵੇਂ ਕਰਦੇ, ਇਹਨੂੰ ਵੇਚਦੇ ਕਿਵੇਂ? ਪ੍ਰੋਸੈਸਿੰਗ ਕਰਕੇ ਅਸੀਂ ਹੌਲੀ ਹੌਲੀ ਇਹਨੂੰ ਮਾਰਕੀਟ ਕਰਨ ਦੀ ਕੋਸ਼ਿਸ਼ ਕੀਤੀ। ਮਾਰਕੀਟ ਵੀ ਵਧੀਆ ਹੋਈ, ਰਿਟੇਲ ਕਰਨ ਲੱਗੇ ਅਸੀਂ। ਉਹਦੇ ਨਾਲ ਹੌਲੀ ਹੌਲੀ ਵਰਡ ਆਫ ਮਾਊਥ ਨਾਲ ਵੀ ਮਾਰਕੀਟਿੰਗ ਹੁੰਦੀ ਗਈ ਅਤੇ ਇਸ ਟਾਈਮ ਆਪਣੇ ਕੋਲ ਜਿੰਨੀ ਵੀ ਹਲਦੀ ਹੈਗੀ ਆ ਉਹ ਸਾਰੀ ਦੀ ਸਾਰੀ ਅਸੀਂ ਰਿਟੇਲ ਕਰਦੇ ਹਾਂ। ਤੇ ਸੁਭਾਅ ਵੀ ਹੈ ਨਾ ਫਿਰ ਪੰਜਾਬੀਆਂ ਦਾ, ਜ਼ਿਮੀਂਦਾਰਾਂ ਦਾ, ਵੀ ਕਾਹਲੀ ਬਹੁਤ ਹੈ ਫਿਰ ਵੀ ਜੇ ਇੱਕ ਵਾਰੀ ਪਈ ਆ ਚੀਜ਼ ਤਾਂ ਫਿਰ ਉਹਨੂੰ ਬਸ ਭੇਜ ਦਿਓ ਕਿਸੇ ਤਰੀਕੇ ਨਾਲ, ਜਿਵੇਂ ਮੰਡੀ 'ਚ ਸਿੱਟ ਕੇ ਹੀ ਆਉਂਦੇ ਆ, ਵੇਚ ਕੇ ਨਹੀਂ ਆਉਂਦੇ। ਦੇਖੋ, ਤੁਸੀਂ ਕੋਈ ਚੀਜ਼ ਸੁੱਟ ਦਿੱਤੀ ਆ ਤੇ ਤੁਸੀਂ ਕੀ ਐਕਸਪੈਕਟ ਕਰੋਗੇ ਉਹ ਕੀ ਦੇ ਕੇ ਆਊਗੀ। ਤੁਸੀਂ ਉਹਨੂੰ ਇੱਜ਼ਤ ਨਾਲ ਵੇਚੋਗੇ ਤਾਂ ਕੋਈ 4 ਪੈਸੇ ਤੁਹਾਨੂੰ ਦੇ ਕੇ ਵੀ ਜਾਊਗੀ ਉਹ, ਪਰ ਜੇ ਤੁਸੀਂ ਸੁੱਟ ਹੀ ਦਿੱਤੀ ਤਾਂ ਫਿਰ ਐਕਸਪੈਕਟ ਨਾ ਕਰੋ ਕਿ ਉਹ ਤੁਹਾਨੂੰ ਪੈਸੇ ਦੇ ਕੇ ਆਊਗੀ। ਪਹਿਲਾਂ ਤਾਂ ਆਪਣੀ ਮਾਨਸਿਕਤਾ ਹੀ ਚੇਂਜ ਕਰੀਏ ਕਿ ਸੱਟਣੀ ਨਹੀਂ ਹੈਗੀ, ਵੇਚਣੀ ਹੈ, ਚੰਗੀ ਤਰ੍ਹਾਂ ਵੇਚੀਏ। ਮੈਂ ਕਹੂੰਗਾ ਕਿ ਤੁਹਾਡਾ ਪਰਿਵਾਰ ਬਹੁਤ ਵਧੀਆ ਪਾਲ ਸਕਦੀਆਂ ਨੇ ਫਸਲਾਂ। ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਖੇਤੀ ਦੇ ਵਿੱਚੋਂ ਕਿੱਦਾਂ ਮੋਟਾ ਮੁਨਾਫਾ ਕਮਾ ਸਕਦੇ ਹੋ, ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ। ਮੇਰੇ ਨਾਲ ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ, ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਹਲਦੀ ਬੀਜੀ ਹੋਈ ਹੈ ਤੇ ਹਲਦੀ ਦੇ ਵਿੱਚੋਂ ਵਧੀਆ ਮੁਨਾਫਾ ਵੀ ਨਿਕਲਦਾ ਹੈ। ਇਹਨਾਂ ਨੇ ਫਸਲੀ ਚੱਕਰ ਛੱਡ ਕੇ ਇੱਕ ਚੰਗੀ ਫਸਲ ਨੂੰ ਪਹਿਲ ਦਿੱਤੀ, ਨਵੇਂ-ਨਵੇਂ ਐਕਸਪੈਰੀਮੈਂਟ ਕੀਤੇ, ਉਸ ਦੇ ਵਿੱਚੋਂ ਇਹਨਾਂ ਨੂੰ ਚੰਗੇ ਮੁਨਾਫੇ ਦੇ ਨਾਲ-ਨਾਲ ਇੱਕ ਚੰਗੀ ਪਹਿਚਾਣ ਵੀ ਮਿਲ ਰਹੀ ਹੈ। ਮੇਰੇ ਨਾਲ ਕਿਸਾਨ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ, ਜਾਣਨ ਦੀ ਕੋਸ਼ਿਸ਼ ਕਰਾਂਗੇ, ਸਮਝਾਂਗੇ ਕਿ ਅਸਲ ਦੇ ਵਿੱਚ ਇਹ ਫਸਲੀ ਚੱਕਰ ਦੇ ਵਿੱਚੋਂ ਕਿਵੇਂ ਨਿਕਲੇ, ਇਹ ਹਲਦੀ ਦੀ ਫਸਲ ਕਿਵੇਂ ਬੀਜਦੇ ਨੇ, ਕਿਵੇਂ ਇਹਨਾਂ ਨੇ ਸ਼ੁਰੂਆਤ ਕੀਤੀ ਅਤੇ ਹੁਣ ਇਹਨਾਂ ਨੂੰ ਕਿੰਨਾ ਮੁਨਾਫਾ ਹੁੰਦਾ। ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਆਉਂਦੀ ਹੈ ਕਿ ਸਾਨੂੰ ਫਸਲ ਦੇ ਵਿੱਚੋਂ ਮੋਟਾ ਮੁਨਾਫਾ ਕਿਵੇਂ ਮਿਲੇਗਾ। ਰੰਧਾਵਾ ਸਾਹਿਬ, ਸਭ ਤੋਂ ਪਹਿਲਾਂ ਸਮਾਂ ਦੇਣ ਦੇ ਲਈ ਧੰਨਵਾਦ। ਪਹਿਲਾਂ ਤਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਤੁਸੀਂ ਸਾਡੇ ਫਾਰਮ ਤੇ ਆਏ। ਤਾਂ ਕਿਸਾਨ ਤਾਂ ਵੈਸੇ ਮਿੱਟੀ ਨਾਲ ਮਿੱਟੀ ਹੁੰਦੇ ਤਾਂ ਮੈਂ ਬੜੇ ਦੇਖੇ, ਪਰ ਅੱਜ ਟੌਹਰੀ ਕਿਸਾਨ ਦੇ ਨਾਲ ਗੱਲ ਕਰਨ ਜਾ ਰਹੇ ਹਾਂ। ਮੈਨੂੰ ਲੱਗਦਾ ਕਿ ਸਾਡੇ ਲਈ ਵੀ ਫਾਇਦੇਮੰਦ ਰਹੂਗਾ ਤੇ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਆ ਉਹਨਾਂ ਦੇ ਲਈ ਵੀ ਫਾਇਦੇਮੰਦ ਰਹੂਗਾ। ਇਹ ਹਲਦੀ ਦੀ ਜਿਹੜੀ ਤੁਸੀਂ ਖੇਤੀ ਕਰ ਰਹੇ ਹੋ, ਇਹ ਕਿੰਨੇ ਪੈਲੀਆਂ ਦੇ ਵਿੱਚ ਸ਼ੁਰੂ ਕੀਤੀ ਸੀਗੀ ਤੇ ਹੁਣ ਤੁਸੀਂ ਕਿੰਨੇ ਤੇ ਕਰ ਰਹੇ ਹੋ? ਦੇਖੋ ਜੀ, ਅਸੀਂ ਜਦੋਂ ਹਲਦੀ ਦੀ ਫਸਲ ਸ਼ੁਰੂ ਕੀਤੀ, ਇਹ 1997 ਦੇ ਵਿੱਚ ਅਸੀਂ ਲਗਾਈ ਸੀਗੀ। ਪਹਿਲਾਂ ਤਾਂ ਪੋਪੂਲਰ ਸੀਗਾ ਸਾਡੇ ਕੋਲ, ਪੋਪੂਲਰ ਦੇ ਵਿੱਚ ਲਾ ਕੇ ਅਸੀਂ ਦੇਖੀ ਸੀਗੀ, ਸ਼ੁਰੂਆਤ ਕੀਤੀ ਉੱਥੋਂ। ਫਿਰ ਹੌਲੀ ਹੌਲੀ ਜਿਸ ਹਿਸਾਬ ਨਾਲ ਐਕਸਪੀਰੀਅੰਸ ਹੁੰਦਾ ਰਿਹਾ, ਅਸੀਂ ਦੇਖਿਆ ਪੋਪੂਲਰ ਦੇ ਵਿੱਚ, ਛੋਰੇ ਦੇ ਵਿੱਚ ਇਹਦਾ ਥੋੜ੍ਹਾ ਝਾੜ ਘਟਦਾ ਹੈ ਅਤੇ ਓਪਨ ਦੇ ਵਿੱਚ ਜਦੋਂ ਅਸੀਂ ਲਾਉਂਦੇ ਹਾਂ ਜਾਂ ਫਿਰ ਪੋਪੂਲਰ ਦਾ ਜਦੋਂ ਪਹਿਲਾ ਸਾਲ ਹੁੰਦਾ ਆ, ਉਦੋਂ ਝਾੜ ਇਹਦਾ ਜ਼ਿਆਦਾ ਆਉਂਦਾ ਸੀਗਾ। ਜਿਸ ਤੋਂ ਸਾਨੂੰ ਇਹ ਲੱਗਿਆ ਕਿ ਓਪਨ ਦੇ ਵਿੱਚ ਜਿਹੜੀ ਹਲਦੀ ਆ ਉਹਦੀ ਪ੍ਰੋਡਕਸ਼ਨ ਜਿਹੜੀ ਆ ਉਹ ਜ਼ਿਆਦਾ ਹੋ ਸਕਦੀ ਆ। ਸੋ ਅਸੀਂ ਪੋਪੂਲਰ ਨੂੰ ਤਿਆਗ ਕੇ ਹਲਦੀ ਨੂੰ ਅਸੀਂ ਪਹਿਲ ਦਿੱਤੀ ਅਤੇ ਇਸ ਟਾਈਮ ਆਪਣੇ ਕੋਲ 21.5 ਏਕੜ ਦੇ ਵਿੱਚ ਇਹ ਹਲਦੀ ਮੌਜੂਦ ਹੈ। ਅੱਛਾ, ਆਪਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਖੜੇ ਹਾਂ। ਹੁਸ਼ਿਆਰਪੁਰ ਦਾ ਤਾਂ ਵੈਸੇ ਹੀ ਕਹਿੰਦੇ ਵੀ ਬਾਕੀ ਜ਼ਿਲ੍ਹਿਆਂ ਨਾਲੋਂ ਤਾਪਮਾਨ ਦਾ ਵੀ ਫਰਕ ਰਹਿੰਦਾ, ਇਹਦੇ ਉੱਤੇ ਕੋਈ ਤਾਪਮਾਨ ਦਾ ਫਰਕ ਤਾਂ ਨਹੀਂ ਪੈਂਦਾ? ਦੇਖੋ ਜੀ, ਇਹ ਵੈਸੇ ਜੇ ਅਸੀਂ ਗੱਲ ਕਰੀਏ ਤਾਂ ਗਰਮ ਇਲਾਕੇ ਦੀ ਫਸਲ ਹੈ। ਇਹ ਕੋਰੇ ਨੂੰ ਬਿਲਕੁਲ ਨਹੀਂ ਸਹਾਰ ਸਕਦੀ। ਜਦੋਂ ਵੀ ਕੋਰਾ ਪੈ ਜਾਂਦਾ ਹੈ
ਉਸ ਟਾਈਮ ਇਹਦੇ ਪੱਤੇ ਬਿਲਕੁਲ ਹੀ ਸੁੱਕ ਜਾਂਦੇ ਨੇ ਜੀ। ਠੀਕ ਹੈ। ਇਹ ਹੁਣ ਕੀ ਹੁੰਦਾ ਹੈ ਕਿ ਹਾਲ ਦੀ ਘੜੀ ਆਪਾਂ ਸਤੰਬਰ ਦੇ ਵਿੱਚ ਇੱਥੇ ਖੜੇ ਆ ਤੇ ਇਹਦੇ ਲਈ ਬਹੁਤ ਕੰਡਿਊਸਿਵ ਇਹ ਮੌਸਮ ਆ। ਹੁਣ ਅਸੀਂ ਤਰਫਾਲੀ ਮਾਰ ਕੇ ਹਟੇ ਆ ਇਹਦੇ ਵਿੱਚ ਤੇ ਥੋੜੇ ਜਿਹੇ ਇਹਨੂੰ ਪਾਣੀ ਲੱਗਣਗੇ ਤੇ ਇੱਕਦਮ ਇਹਨੇ ਹੁਣ ਤੁਰਨਾ, ਕਿਉਂਕਿ ਹੁਣ ਥੱਲੇ ਗੱਠੀ ਬਣਾਉਣ ਵਾਲੀ ਸਟੇਜ ਇਹਦੀ ਆ ਚੁੱਕੀ ਆ। ਟਿਲਰਿੰਗ ਇਹਦੀ ਚੰਗੀ ਹੋ ਗਈ ਹੈਗੀ ਆ ਤੇ ਇਹ ਹੈਗਾ ਕਿ ਆਪਣੇ ਇੱਥੇ ਪੰਜਾਬ ਦੇ ਵਿੱਚ ਇਹ ਐਸਟੈਬਲਿਸ਼ ਹੁਣ ਹੋ ਚੁੱਕੀ ਆ। ਮੈਂ ਇਹ ਕੌਨਫੀਡੈਂਸ ਦੇ ਨਾਲ ਕਹਿ ਸਕਦਾ ਆ ਕਿ ਇਹ ਚੰਗੀ ਇੱਕ ਫਸਲ ਹੋ ਸਕਦੀ ਹੈ। ਅੱਛਾ, ਇਹ ਵੀ ਗੱਲ ਹੈ ਕਿ ਇੱਕ ਹੋਰ ਤੁਹਾਡੀ ਇੰਟਰਸਟਿੰਗ ਕਹਾਣੀ ਇਹ ਵੀ ਹੈ ਕਿ ਤੁਸੀਂ MSc ਜਿਹੜੀ ਹੈ ਹਾਰਟੀਕਲਚਰ ਦੇ ਵਿੱਚ ਕੀਤੀ ਆ। ਨਹੀਂ ਤਾਂ ਸਾਡੇ ਵਰਗਾ ਤਾਂ 12 ਕਰਦਾ ਤੇ ਆਈਲੈਟਸ ਦਾ ਰਾਹ ਲੱਭਦਾ, ਤਾਂ ਤੁਸੀਂ ਇੱਥੇ ਰਹਿ ਕੇ ਫਾਰਮਿੰਗ ਨੂੰ ਰਾਹ ਦਿੱਤਾ ਜਾਂ ਪਹਿਲ ਦਿੱਤੀ ਕਹਿ ਲਈਏ। ਤਾਂ ਇਹ ਪਹਿਲਾਂ ਤੋਂ ਸ਼ੁਰੂ ਤੋਂ ਦਿਮਾਗ 'ਚ ਸੀਗਾ ਕਿ ਮੈਂ ਇੱਥੇ ਰਹਿ ਕੇ ਆਪਣਾ ਖੇਤੀਬਾੜੀ ਕਰਨੀ ਹੈ? ਉਹ ਜਿਹੋ ਜਿਹੇ ਪਰਿਵਾਰ ਦੇ ਵਿੱਚ ਹੁੰਦੀ ਆ ਉਹੋ ਜਿਹਾ ਤੁਹਾਡਾ ਇੰਟਰਸਟ ਜਾਗਣ ਲੱਗ ਜਾਂਦਾ ਹੈ। ਆਪਾਂ ਕਿਉਂ ਕਹਿੰਦੇ ਆ ਕਿ ਡਾਕਟਰ ਦਾ ਮੁੰਡਾ ਜਿਹੜਾ ਉਹ ਡਾਕਟਰ ਬਣਦਾ, ਤੇ ਜਾਂ ਫਿਰ ਕੋਈ ਹੋਰ ਕਿੱਤਾ ਆਪਾਂ ਕਹਿ ਲਈਏ ਜਿਹੜਾ ਲਾਲਾ ਹੈਗਾ ਉਹ ਆਪਣੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਗੱਲੇ ਉੱਤੇ ਬਿਠਾਉਣ ਦੀ ਕੋਸ਼ਿਸ਼ ਕਰਦਾ। ਤੇ ਇਹ ਹੁਣ ਜੇ ਮੈਂ ਕਹਾਂ ਕਿ ਪੰਜਾਬ ਦੀ ਇੱਕ ਤਰਾਸਦੀ ਹੈ ਕਿ ਅੱਜ ਦੇ ਜ਼ਮਾਨੇ ਵਿੱਚ ਜੋ ਕਿ ਖੇਤੀ ਦੇ ਵਿੱਚ ਜਿਹੜੇ ਚੰਗੇ ਜ਼ਿਮੀਂਦਾਰ ਹੈਗੇ ਆ ਉਹ ਆਪਣੇ ਬੱਚਿਆਂ ਨੂੰ ਪੈਰ ਨਹੀਂ ਪਾਉਣ ਦਿੰਦੇ। ਉਹ ਕਹਿੰਦੇ ਆ ਖੇਤ ਨਾ ਹੀ ਭਾਈ। ਬਾਅਦ ਵਿੱਚ ਜਦੋਂ ਦੇਖਦੇ ਆ ਕਿ 12ਵੀਂ ਕਰ ਲਈ ਉਸ ਤੋਂ ਬਾਅਦ ਉਹ ਕਹਿੰਦੇ ਕਿ ਮੁੰਡੇ ਦਾ ਤਾਂ ਇੰਟਰਸਟ ਨਹੀਂ ਹੈਗਾ, ਮੁੰਡਾ ਤਾਂ ਕਹਿੰਦਾ ਕਿ ਬਾਹਰ ਜਾਣਾ। ਇੰਟਰਸਟ ਤਾਂ ਬਣੂਗਾ ਜੇ ਤੁਸੀਂ ਛੋਟੇ ਹੁੰਦੇ ਤੋਂ ਉਹਨੂੰ ਲੈ ਕੇ ਆਓਗੇ, ਉਹਨੂੰ ਦਿਖਾਓਗੇ ਕਿ ਖੇਤ ਵਿੱਚ ਫਸਲ ਕਿਵੇਂ ਹੁੰਦੀ ਹੈ, ਇਹਦੇ ਵਿੱਚੋਂ ਪੈਸੇ ਆਉਂਦੇ ਆ। ਅਸੀਂ ਅਲਟੀਮੇਟਲੀ ਮੈਂ ਇਹ ਕਹਾਂਗਾ ਕਿ ਈਵਨ ਸੋਸ਼ਲ ਮੀਡੀਆ ਉੱਤੇ ਵੀ ਇਹੀ ਚੱਲਦਾ ਆ ਕਿ ਜ਼ਿਮੀਂਦਾਰ ਨੂੰ ਪੈਸਾ ਨਹੀਂ ਬਣਦਾ। ਦੇਖੋ, ਜੇ ਤੁਸੀਂ ਸੋਚ ਸਮਝ ਕੇ ਕਰੋਗੇ, ਵਧੀਆ ਤਰੀਕੇ ਨਾਲ ਪਲੈਨਿੰਗ ਕਰਕੇ ਉਹਨੂੰ ਕਰੋਗੇ, ਇੰਪਲੀਮੈਂਟ ਵਧੀਆ ਕਰੋਗੇ, ਤਾਂ ਪੈਸਾ ਬਹੁਤ ਹੈ ਖੇਤੀ ਦੇ ਵਿੱਚ। ਇਹਦੇ ਨਾਲ ਦਾ ਕਿੱਤਾ ਨਹੀਂ ਕੋਈ ਵੀ। ਦੇਖੋ, ਆਪਣੇ ਤਾਂ ਗੁਰੂ ਸਾਹਿਬ ਨੇ ਵੀ ਕਿਹਾ ਉੱਤਮ ਖੇਤੀ, ਉਹਨਾਂ ਨੇ ਉੱਤਮ ਦਰਜੇ ਉੱਤੇ ਖੇਤੀ ਨੂੰ ਰੱਖਿਆ। ਸੋ ਗੱਲ ਹੋਈ ਸੀਗੀ ਕਿ ਇੰਟਰਸਟ ਕਿੱਦਾਂ ਪੈਦਾ ਹੋਇਆ। ਇੰਟਰਸਟ ਮੈਂ ਆਪਣੇ ਫਾਦਰ ਸਾਹਿਬ ਨੂੰ ਇੱਥੇ ਦੇਖਿਆ, ਸਰਦਾਰ ਇਕਬਾਲ ਸਿੰਘ ਰੰਧਾਵਾ, ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਉਹਨਾਂ ਨੇ ਸਾਡਾ ਬੇਸ ਬਣਾ ਦਿੱਤਾ, ਲੀਹੇ ਪਾ ਦਿੱਤਾ ਤੇ ਇੰਟਰਸਟ ਵੀ ਸਾਡਾ ਏਦਾਂ ਹੀ ਬਣਿਆ ਜੀ। ਤੁਸੀਂ ਦੱਸ ਰਹੇ ਸੀਗੇ ਕਿ ਜਿਵੇਂ ਤੁਹਾਡੇ ਬਾਪੂ ਜੀ ਜਾਂ ਦਾਦਾ ਜੀ ਉਹਨਾਂ ਨੇ ਸ਼ੁਰੂ ਤੋਂ ਐਕਸਪੈਰੀਮੈਂਟ ਬਹੁਤ ਕੀਤੇ ਸੀ, ਚਾਹੇ ਤੁਸੀਂ ਬਦਾਮਾਂ ਦੀ ਵੀ ਗੱਲ ਦੱਸੀ ਸੀਗੀ, ਉਸ ਤੋਂ ਪਹਿਲਾਂ ਹੋਰ ਤੁਸੀਂ ਫਸਲਾਂ ਇੱਥੇ ਐਕਸਪੈਰੀਮੈਂਟ ਕਰਦੇ ਰਹੇ ਹੋ। ਤੁਸੀਂ ਝੋਨੇ ਤੇ ਕਣਕ ਵਾਲੇ ਗੇੜ 'ਚ ਨਹੀਂ ਫਸੇ? ਦੇਖੋ ਜੀ, ਸਾਡਾ ਪਿੰਡ ਫਗਲਾਣਾ ਜਿਹੜਾ ਹੈ, ਇੱਥੇ ਆਲੂ, ਮਟਰ, ਗਾਜਰ ਇਹ ਸਬਜ਼ੀਆਂ ਲੱਗਦੀਆਂ ਨੇ, ਜਿਹਦੇ ਕਰਕੇ ਝੋਨਾ ਜਿਹੜਾ ਆ ਉਹ ਸਾਡੇ ਫਸਲੀ ਚੱਕਰ ਦੇ ਵਿੱਚ ਨਹੀਂ ਸੈੱਟ ਆਉਂਦਾ ਸੀਗਾ। ਸੋ ਅੱਜ ਤੋਂ ਕਹਿ ਲਓ ਕਿ 4-5 ਸਾਲ ਪਹਿਲਾਂ ਥੋੜਾ ਜਿਹਾ ਜਦੋਂ ਵਾਟਰ ਟੇਬਲ ਉੱਪਰ ਆ ਗਿਆ ਤੇ ਨੰਬਰ 2 ਸ਼ਾਰਟ ਡਿਊਰੇਸ਼ਨ ਵੈਰਾਈਟੀਆਂ ਆ ਗਈਆਂ, 1509 ਆ ਗਈ ਜਾਂ ਫਿਰ 126 ਆ ਗਈ। ਉਹਦੇ ਕਰਕੇ ਕੀ ਆ ਕਿ ਹੁਣ ਚਲੋ ਇੱਕ ਫਸਲ, ਹੁਣ ਜਿਹਨੇ ਠੇਕੇ ਉੱਤੇ ਪੈਲੀ ਲਈ ਹੋਈ ਆ ਉਹ ਕਹਿੰਦਾ ਚਲੋ ਕੋਈ ਨਹੀਂ ਝੋਨੇ ਦੀ ਫਸਲ ਲਾ ਲਈਏ। ਸੋ 5 ਸਾਲ ਹੀ ਹੋਏ ਆ ਜਦੋਂ ਫਗਲਾਣੇ ਵਿੱਚ ਝੋਨਾ ਲੱਗਣ ਲੱਗਾ। ਸਾਡੇ ਪਿੰਡ ਵਿੱਚ ਜਿੱਥੇ ਆਪਾਂ ਖੜੇ ਆ 5 ਸਾਲ ਤੋਂ ਝੋਨਾ ਲੱਗਣ ਲੱਗਾ। ਉਸ ਤੋਂ ਪਹਿਲਾਂ ਇੱਥੇ ਝੋਨੇ ਦਾ ਜਿਹੜਾ ਸਾਈਕਲ ਸੀਗਾ ਉਹ ਨਹੀਂ ਸੀਗਾ। ਕਣਕ ਜ਼ਰੂਰ ਲਾਉਂਦੇ ਆ ਬਟ ਝੋਨਾ ਜਿਹੜਾ ਆ ਉਹ ਆ ਹੁਣ ਤੋਂ ਹੀ ਲੱਗਣ ਲੱਗਾ, ਉਹ ਵੀ ਸ਼ਾਰਟ ਡਿਊਰੇਸ਼ਨ ਵੈਰਾਈਟੀਜ਼ ਲੱਗਦੀਆਂ। ਤੇ ਇਹ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਨੈਚੁਰਲੀ ਸਾਡਾ ਉਹ ਸਾਈਕਲ ਨਹੀਂ ਬਣਿਆ। ਅੱਛਾ, ਜਦੋਂ ਹਲਦੀ ਬਾਰੇ ਤੁਸੀਂ ਜਿਵੇਂ 1996-97 ਚ ਸ਼ੁਰੂ ਕੀਤਾ, ਕਿਸਾਨ ਲਾ ਤਾਂ ਦਿੰਦਾ ਹੈ, ਬੀਜ ਦਿੰਦਾ, ਮੁੜ ਕੇ ਵਕਤ ਪੈ ਜਾਂਦਾ ਵੀ ਇਹਨੂੰ ਸਾਂਭਣਾ ਕਿੱਦਾਂ ਆ, ਵੇਚਣਾ ਕਿੱਦਾਂ ਵਾ। ਤੁਸੀਂ ਫਿਰ ਕਿਵੇਂ ਮਾਰਕੀਟਿੰਗ ਕਿਵੇਂ ਕਰਦੇ, ਇਹਨੂੰ ਵੇਚਦੇ ਕਿਵੇਂ ਹੋ? ਦੇਖੋ ਜੀ, ਜਦੋਂ ਅਸੀਂ ਵੀ ਹਲਦੀ ਲਗਾਈ ਉਦੋਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਹਦੀ ਮਾਰਕੀਟਿੰਗ ਬਹੁਤ ਮੁਸ਼ਕਲ ਨਾਲ ਅਸੀਂ ਕੀਤੀ। ਜਿਹੜੇ ਵੀ ਦਲਾਲ ਕੋਲ ਜਾਈਏ ਉਹ ਸਾਨੂੰ ਮਤਲਬ ਕਹਿ ਲਓ ਕਿ ਸਾਡੀ ਬਾਂਹ ਫੜਨ ਨੂੰ ਤਿਆਰ ਨਹੀਂ ਸੀਗਾ। ਉਹਨੂੰ ਬਸ ਇਹ ਸੀਗਾ ਕਿ ਕਿਸੇ ਤਰੀਕੇ ਨਾਲ ਰੇਟ ਸੁੱਟ ਕੇ ਇਹਨਾਂ ਤੋਂ ਲੈ ਲਈਏ। ਤੇ ਆਪਣੀ ਕੁਆਲਿਟੀ ਵੀ ਗੁੱਡ ਸੀਗੀ, ਸਾਰਾ ਕੁਝ ਚੰਗਾ ਸੀਗਾ, ਬਟ ਉਹਨੇ ਇਹੀ ਕਿਹਾ ਕਿ ਹਲਦੀ ਪੰਜਾਬ ਵਿੱਚ ਨਹੀਂ ਹੁੰਦੀ। ਸੋ ਅਸੀਂ ਸੋਚਿਆ ਕਿ ਯਾਰ ਜੇ ਲਾਈ ਹੋਈ ਆ ਤੇ ਹੁਣ ਆਪਾਂ ਇਹਨੂੰ ਨੈਕਸਟ ਇਹਦਾ ਜਿਹੜਾ ਸਟੈਪ ਹੈਗਾ ਆ ਪ੍ਰੋਸੈਸਿੰਗ ਦਾ, ਉਹ ਵੀ ਅਸੀਂ ਸ਼ੁਰੂ ਕਰੀਏ। ਤੇ ਅਸੀਂ ਪ੍ਰੋਸੈਸਿੰਗ ਸ਼ੁਰੂ ਕੀਤੀ। ਪ੍ਰੋਸੈਸਿੰਗ ਕਰਕੇ ਅਸੀਂ ਹੌਲੀ ਹੌਲੀ ਇਹਨੂੰ ਮਾਰਕੀਟ ਕਰਨ ਦੀ ਕੋਸ਼ਿਸ਼ ਕੀਤੀ।
ਮਾਰਕੀਟ ਵੀ ਵਧੀਆ ਹੋਈ, ਰਿਟੇਲ ਕਰਨ ਲੱਗੇ ਅਸੀਂ, ਉਹਦੇ ਨਾਲ ਹੌਲੀ ਹੌਲੀ ਵਰਡ ਆਫ ਮਾਊਥ ਨਾਲ ਵੀ ਮਾਰਕੀਟਿੰਗ ਹੁੰਦੀ ਗਈ ਤੇ ਇਸ ਟਾਈਮ ਆਪਣੇ ਕੋਲ ਜਿੰਨੀ ਵੀ ਹਲਦੀ ਹੈਗੀ ਆ ਉਹ ਸਾਰੀ ਦੀ ਸਾਰੀ ਅਸੀਂ ਰਿਟੇਲ ਕਰਦੇ ਆ। ਜਦੋਂ ਤੱਕ ਜਿਹਨੂੰ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਜਿਹੜੀ ਬਰਕਤ ਆ ਉਹ ਤਾਂ ਹੀ ਹੁੰਦੀ ਆ ਜੇ ਰੋਜ਼ ਦੀ ਰੋਜ਼ ਤੁਹਾਡੇ ਕੋਲ ਪੈਸੇ ਆਉਣ। ਤੇ ਇਹ ਇਹੋ ਜੀ ਫਸਲ ਆ, ਜੇ ਤੁਸੀਂ ਇਹਨੂੰ ਰਿਟੇਲ ਕਰਦੇ ਹੋ, ਡਾਇਰੈਕਟ ਤੁਹਾਡਾ ਕੰਜ਼ਿਊਮਰ ਦੇ ਕੋਲ ਜਾ ਰਿਹਾ ਹੈ, ਰੋਜ਼ ਦੀ ਰੋਜ਼ ਤੁਹਾਡਾ ਉਹ ਜਿਹੜਾ ਸਰਕਲ ਆ ਨਾ ਪੈਸੇ ਦਾ ਉਹ ਨਹੀਂ ਟੁੱਟ ਰਿਹਾ। ਸੋ ਇਹ ਮੈਂ ਤਾਂ ਕਹਾਂਗਾ ਕੰਮ ਤਾਂ ਫਿਰ ਪੈਸੇ ਲਈ ਕਰਨਾ, ਜਦੋਂ ਪੈਸਾ ਆਉਣ ਲੱਗ ਗਿਆ ਮੈਨੂੰ ਲੱਗਦਾ ਕਿ ਉਹ ਮਨ ਹੋਰ ਪੱਕਾ ਹੋ ਜਾਂਦਾ, ਥੋੜਾ ਜਿਹਾ ਦਿਲ ਲੱਗਣ ਲੱਗ ਜਾਂਦਾ। ਬਿਲਕੁਲ ਜੀ ਬਿਲਕੁਲ। ਦੇਖੋ ਜੇ ਅਸੀਂ ਕਹੀਏ ਨਾ ਜੀ, ਹੁਣ ਅਸੀਂ ਕਹਿੰਦੇ ਆ ਪੰਜਾਬ ਵਿੱਚ ਕਿਸਾਨੀ ਨੂੰ ਜੇ ਬਚਾਉਣਾ ਆ ਤਾਂ ਜਿਹੜੇ ਆਪਣੇ ਜਵਾਨ ਹੈਗੇ ਆ ਉਹਨਾਂ ਨੂੰ ਇਹ ਦੱਸਣਾ ਪਊਗਾ ਕਿ ਭਾਈ ਖੇਤੀ ਦੇ ਵਿੱਚ ਪੈਸਾ ਹੈ। ਦੇਖੋ ਆਪਾਂ ਬਾਹਰ ਜਾਂਦੇ ਆ, ਬਾਹਰ ਜਾ ਕੇ ਮਿਹਨਤ ਕਰਦੇ ਆ, ਕਿਸ ਲਈ ਕਰਦੇ ਆ ਕਿ ਇਨਵੈਸਟਮੈਂਟ ਹੀ ਬੜੀ ਹੈ। ਪਹਿਲਾਂ ਤਾਂ ਤੁਸੀਂ ਵੇਖੋ ਵੀ 20 ਲੱਖ ਰੁਪਏ ਦਾ ਆਮ ਲੱਗਦਾ ਹੈ। ਬਿਲਕੁਲ ਜੀ ਬਿਲਕੁਲ ਲੱਗਦਾ ਹੈ ਜੀ। ਦੇਖੋ ਜਿਹਦੇ ਕੋਲ ਤਾਂ ਇੱਥੇ ਕੋਈ ਸਾਧਨ ਨਹੀਂ ਹੈਗਾ ਉਹ ਜਾਵੇ ਫੇਰ ਤਾਂ ਚਲੋ ਅਸੀਂ ਮੰਨਦੇ ਆ ਕਿ ਅਗਲਾ ਜਾ ਰਿਹਾ ਹੈਗਾ, ਪਰ ਤਰਾਸਦੀ ਇਹ ਆ ਜਿਹਦੇ ਕੋਲ ਇੱਥੇ ਪੈਲੀ ਵੀ ਹੈਗੀ ਆ, ਸਾਰਾ ਕੁਝ ਸੰਦ ਸੰਧੇੜਾ ਉਹਨਾਂ ਦੇ ਬਾਪ ਦਾਦਿਆਂ ਨੇ ਬਣਾਇਆ ਹੋਇਆ, ਉਹ ਵੀ ਇੱਥੋਂ ਸਾਰਾ ਕੁਝ ਵੇਚ ਵੱਟ ਕੇ ਉਹ ਜਾ ਰਹੇ ਨੇ। ਤੇ ਉਹ ਮੈਂ ਕਹੂੰਗਾ ਕਿ ਉਹ ਥੋੜਾ ਜਿਹਾ ਉਹਨਾਂ ਨੂੰ ਇੱਥੇ ਰਿਟੇਨ ਕਰਨ ਦੇ ਲਈ ਆਪਾਂ ਨੂੰ ਦੱਸਣਾ ਪਊਗਾ ਕਿ ਖੇਤੀ ਜਿਹੜੀ ਆ ਇਹ ਬਹੁਤ ਵਧੀਆ ਇੱਕ ਚੀਜ਼ ਆ। ਕੋਈ ਵੀ ਚੀਜ਼ ਕਰਦੇ ਹੋ, ਮੈਂ ਹਲਦੀ ਦੀ ਗੱਲ ਨਹੀਂ ਕਰਦਾ, ਖੇਤੀ ਦੇ ਵਿੱਚ ਹੋਰ ਕਈ ਫਸਲਾਂ ਹੈਗੀਆਂ, ਸਬਜ਼ੀਆਂ ਲਾ ਲਓ, ਤੁਸੀਂ ਬਾਗ ਲਾ ਲਓ, ਤੇ ਹਰੇਕ ਚੀਜ਼ ਦੇ ਵਿੱਚ ਪੈਸਾ ਹੈ। ਮੈਂ ਮੋਟੇ ਤੌਰ ਦੇ ਉੱਪਰ ਜੇ ਤੁਹਾਨੂੰ ਪੁੱਛਾਂ ਕਿ ਅੰਦਾਜ਼ਨ 1 ਕਿੱਲੇ ਚੋਂ ਕਿੰਨਾ ਕੁ ਆਪਾਂ ਲਾ ਲਈਏ ਕਿ ਤੁਹਾਨੂੰ ਆਮਦਨ ਹੋ ਜਾਂਦੀ ਹੈ ਹਲਦੀ ਦੇ ਵਿੱਚੋਂ? ਦੇਖੋ ਜੀ ਇਹਦਾ ਜਿਹੜੀ ਐਵਰੇਜ ਇਹਦੀ ਡਰਾਈ ਯੀਲਡ ਹੈਗੀ ਆ, ਜਿਹਨੂੰ ਆਪਾਂ ਕਹਿੰਦੇ ਆ ਸੁਕਾ ਕੇ ਜੋ ਆਪਾਂ ਨੂੰ ਪਾਊਡਰ ਮਿਲਦਾ ਆ, ਉਹ ਕਰੀਬ 20 ਤੋਂ 22 ਕੁਇੰਟਲ ਕਿੱਲੇ ਦਾ ਆਪਾਂ ਨੂੰ ਐਵਰੇਜ ਮਿਲ ਜਾਂਦਾ ਹੈਗਾ ਦੜੇ ਦੀ, ਜੇ ਆਪਾਂ ਯੀਲਡ ਦੀ ਗੱਲ ਕਰੀਏ। ਤੇ ਆਪਾਂ ਜੇ ਰਿਟੇਲ ਦੀ ਗੱਲ ਕਰੀਏ ਇਸ ਟਾਈਮ 200 ਰੁਪਏ ਨੂੰ ਅਸੀਂ ਉਹ ਰਿਟੇਲ ਕਰ ਰਹੇ ਹੈਗੇ ਆ। ਤੇ ਉਸ ਪੁਆਇੰਟ ਆਫ ਵਿਊ ਨਾਲ ਜੇ ਮੈਂ ਕਹਾਂ ਕਿ ਕਰੀਬ 1.25 ਲੱਖ ਦੇ ਗੇੜ 'ਚ ਇਹਦੇ ਉੱਤੇ ਜਿਹੜਾ ਖਰਚਾ ਆ ਜਾਂਦਾ ਹੈਗਾ, ਜੋ ਅਸੀਂ ਕੈਲਕੂਲੇਟ ਕੀਤਾ ਹੈਗਾ, ਇਹ ਵੇਰੀ ਕਰ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ 1.25 ਲੱਖ ਹੀ ਆਊਗਾ, 10,000 ਘੱਟ ਵੀ ਜਾਂ 20,000 ਜ਼ਿਆਦਾ ਵੀ ਹੋ ਸਕਦਾ ਹੈ, ਬਟ ਤੁਹਾਨੂੰ ਕੁਛ ਨਾ ਕੁਛ ਇਹ ਛੱਡ ਕੇ ਜਾ ਰਹੀ ਹੈਗੀ ਆ, ਤੇ ਬਹੁਤ ਸੋਹਣਾ ਛੱਡ ਕੇ ਜਾ ਰਹੀ ਹੈਗੀ ਆ। ਪਰ ਪ੍ਰੋਵਾਈਡਡ ਤੁਸੀਂ ਇਹਨੂੰ ਪ੍ਰੋਸੈਸ ਕਰੋ, ਤੁਸੀਂ ਇਹਨੂੰ ਰਿਟੇਲ ਕਰੋ, ਕਿਉਂਕਿ ਜਦੋਂ ਤੁਸੀਂ ਪ੍ਰੋਸੈਸ ਕਰ ਲਿਆ, ਬਾਅਦ ਵਿੱਚ ਤੁਸੀਂ ਕਹੋਗੇ ਕਿ ਜਾ ਕੇ ਮੈਂ ਇਹ ਦਲਾਲ ਨੂੰ ਦੇ ਦੇਵਾਂ ਕਿ ਬਲਕ ਦੇ ਵਿੱਚ ਮੇਰੀ ਸਾਰੀ ਦੀ ਸਾਰੀ ਚੱਕ ਹੋ ਜਵੇ, ਉਹ ਤੁਹਾਡਾ ਜਿਹੜਾ ਰੇਟ ਆ ਨਾ ਅੱਧੇ ਤੋਂ ਵੀ ਘੱਟ ਰਹਿ ਜਾਂਦਾ, ਤੇ ਉਹ ਫਿਰ ਮਿਡਲਮੈਨ ਦਾ ਇੱਕ ਪ੍ਰੋਫਿਟ ਜਿਹੜਾ ਉਹ ਜ਼ਿਆਦਾ ਹੋ ਜਾਂਦਾ। ਤੇ ਸੁਭਾਅ ਵੀ ਹੈ ਨਾ ਫਿਰ ਪੰਜਾਬੀਆਂ ਦਾ, ਜ਼ਿਮੀਂਦਾਰਾਂ ਦਾ ਵੀ ਕਾਲੀ ਬਹੁਤ ਹੈ ਫਿਰ, ਵੀ ਜੇ ਇੱਕ ਵਾਰੀ ਪਈ ਆ ਚੀਜ਼ ਤਾਂ ਫਿਰ ਉਹਨੂੰ ਬਸ ਭੇਜ ਦਿਓ ਕਿਸੇ ਤਰੀਕੇ ਨਾਲ, ਜਿਵੇਂ ਮੰਡੀ 'ਚ ਸਿੱਟ ਕੇ ਹੀ ਆਉਂਦੇ ਆ, ਵੇਚ ਕੇ ਨਹੀਂ ਆਉਂਦੇ। ਦੇਖੋ ਤੁਸੀਂ ਕੋਈ ਚੀਜ਼ ਸੁੱਟ ਦਿੱਤੀ ਆ ਤੇ ਤੁਸੀਂ ਕੀ ਐਕਸਪੈਕਟ ਕਰੋਗੇ ਉਹ ਕੀ ਦੇ ਕੇ ਆਊਗੀ? ਤੁਸੀਂ ਉਹਨੂੰ ਇੱਜ਼ਤ ਨਾਲ ਵੇਚੋਗੇ ਤਾਂ ਕੋਈ 4 ਪੈਸੇ ਤੁਹਾਨੂੰ ਦੇ ਕੇ ਵੀ ਜਾਊਗੀ ਉਹ, ਬਟ ਜੇ ਤੁਸੀਂ ਸੁੱਟ ਹੀ ਦਿੱਤੀ ਤਾਂ ਫਿਰ ਐਕਸਪੈਕਟ ਨਾ ਕਰੋ ਕਿ ਉਹ ਤੁਹਾਨੂੰ ਪੈਸੇ ਦੇ ਕੇ ਆਊਗੀ। ਪਹਿਲਾਂ ਤਾਂ ਆਪਣੀ ਮਾਨਸਿਕਤਾ ਹੀ ਚੇਂਜ ਕਰੀਏ ਕਿ ਸੱਟਣੀ ਨਹੀਂ ਹੈਗੀ, ਵੇਚਣੀ ਹੈ, ਚੰਗੀ ਤਰ੍ਹਾਂ ਵੇਚੀਏ। ਤੇ ਮੈਂ ਕਹੂੰਗਾ ਕਿ ਤੁਹਾਡਾ ਪਰਿਵਾਰ ਬਹੁਤ ਵਧੀਆ ਪਾਲ ਸਕਦੀਆਂ ਨੇ ਫਸਲਾਂ। ਤੇ ਇਹ ਕਿੰਨੇ ਚਿਰ ਦੀ ਫਸਲ, ਕਿੰਨੇ ਚਿਰ ਦੀ ਆ? ਤੁਸੀਂ ਕਿਹੜੇ ਮਹੀਨੇ 'ਚ ਇਹਨੂੰ ਤੁਸੀਂ ਲਾ ਸਕਦੇ ਹੋ ਤੇ ਕਿਹੜੇ ਮਹੀਨੇ 'ਚ ਦੀ ਕਟਾਈ ਅੱਛੀ ਹੋ ਜਾਂਦੀ ਹੈ? ਨਾਰਮਲੀ ਇਹ ਜੀ 9-9.5 ਮਹੀਨੇ ਦੀ ਫਸਲ ਹੈ। ਅਸੀਂ ਇਹਨੂੰ ਅਪ੍ਰੈਲ ਦੇ ਵਿੱਚ ਲਾਉਨੇ ਆ, ਵਿਸਾਖ ਮਹੀਨਾ ਜਿਹੜਾ ਹੁੰਦਾ ਦੇਸੀ, ਉਦੋਂ ਲਾਉਨੇ ਆ ਇਹਨੂੰ, ਤੇ ਇਹ ਤਿਆਰ ਹੋ ਜਾਂਦੀ ਜਨਵਰੀ ਦੇ ਵਿੱਚ। ਮਤਲਬ ਦਸੰਬਰ ਦੇ ਵਿੱਚ ਕੋਰਾ ਪਿਆ, ਪਹਿਲਾਂ ਇਹਨੇ ਪੱਤੇ ਸਿੱਟ ਲੈਣੇ, ਜਦੋਂ ਕੋਰਾ ਪੈ ਗਿਆ ਇਹਦੇ ਪੱਤੇ ਸਾਰੇ ਡਿੱਗ ਜਾਣੇ। ਉਸ ਤੋਂ ਬਾਅਦ 15 ਕੁ ਦਿਨ ਅਸੀਂ ਇਹਦੇ ਪੱਤੇ ਨਹੀਂ ਛੇੜਨੇ ਤਾਂ ਕਿ ਉਹ ਥੱਲਿਓਂ ਜਦੋਂ ਥੋੜੇ ਜਿਹੇ ਉਹ ਚੀੜਾ ਪੁਣਾ ਹੁੰਦਾ ਇਹਦੇ ਪੱਤਿਆਂ ਦੇ ਵਿੱਚ, ਤੇ ਤਾਂ ਕਿ ਉਹ ਜਦੋਂ ਅਸੀਂ ਖਿੱਚਦੇ ਆ ਉਹ ਟੁੱਟ ਜਾਣ। ਸੋ 15-20 ਦਿਨ ਇਹਨੂੰ ਅਸੀਂ ਖੇਤ ਦੇ ਵਿੱਚ ਰਹਿਣ ਦਈਦਾ, ਉਸ ਤੋਂ ਬਾਅਦ ਪੱਟ ਸਕਦੇ ਆ। ਬਟ ਸਾਡਾ ਉਸ ਟਾਈਮ ਕੀ ਹੁੰਦਾ, ਸਾਡੇ ਨਾਲ ਇੱਕ ਫਸਲ ਹੁੰਦੀ ਆ ਆਲੂ ਦੀ, ਉਹਦੀ ਵੀ ਪਟਾਈ ਲੱਗੀ ਹੁੰਦੀ ਆ। ਸੋ ਉਹਦੇ ਕਰਕੇ ਸਾਨੂੰ ਇਹ ਹੁੰਦਾ ਜੇ ਹਲਦੀ ਉੱਤੇ ਇੱਕ ਦਾ ਮੀਂਹ ਪੈ ਵੀ ਗਿਆ ਜਾਂ 2 ਮੀਂਹ ਪੈ ਗਏ, ਕੋਈ ਇਹਨੂੰ ਨੁਕਸਾਨ ਨਹੀਂ ਹੈਗਾ, ਇਹਦੀ ਗੱਠੀ ਇੰਟੈਕਟ ਰਹਿੰਦੀ ਆ। ਇਹਨੂੰ ਕਿਸੇ ਮੌਸਮ ਦੀ ਵੀ ਮਾਰ ਨਹੀਂ ਪੈਂਦੀ, ਚਾਹੇ ਗਰਮੀ ਹੋਵੇ ਚਾਹੇ ਸਰਦੀ? ਬਿਲਕੁਲ ਜ਼ਿਆਦਾ ਐਕਸਟ੍ਰੀਮ ਹੋ ਜਵੇ, ਦੇਖੋ ਜੀ ਮੌਸਮ ਹਰੇਕ ਚੀਜ਼ ਨੂੰ ਮਾਰ ਤਾਂ ਪਾਊਗਾ,
ਠੀਕ ਹੈ ਜੀ, ਕੁਦਰਤ ਦੇ ਅਗੇਂਸਟ ਨਹੀਂ ਆਪਾਂ ਜਾ ਸਕਦੇ, ਬਟ ਹਾਂ ਇਹਦੇ ਵਿੱਚ ਸਹਿਣਸ਼ੀਲਤਾ ਇਹਦੇ ਵਿੱਚ ਹੈਗੀ ਹੈ ਤੇ ਇਹ ਸਹਾਰ ਸਕਦੀ ਹੈ ਆਪਣਾ ਜੋ ਜੇ ਇਹਨੂੰ ਕਹੀਏ ਕਿ ਥੋੜਾ ਟੈਂਪਰੇਚਰ ਵੱਧ ਵੀ ਜਾਵੇ, 4 ਦਿਨ ਇਹਨੂੰ ਕਹਿ ਲਓ ਕਿ ਧੁੱਪ ਚੱਲਣੀ ਵੀ ਪਵੇ, ਚੱਲ ਲਊਗੀ। ਪਰ ਇਹ ਆ ਕਿ ਪਾਣੀ ਹੁਣ ਇਸ ਟਾਈਮ ਕਿਉਂਕਿ ਗੱਠੀ ਬਣਾਉਣ ਦੀ ਸਟੇਜ ਤੇ ਆ ਗਈ ਆ, ਹੁਣ ਪਾਣੀ ਇਹਨੂੰ ਲਗਾਤਾਰ ਲੱਗਣੇ ਹੈਗੇ ਆ, ਗਿੱਲ ਬਰਕਰਾਰ ਰਵੇ ਤਾਂ ਕਿ ਪ੍ਰੋਪਰ ਆਪਾਂ ਈਲਡ ਲੈ ਸਕੀਏ ਇਹਦੇ ਵਿੱਚੋਂ। ਮੇਰਾ ਆਖਰੀ ਸਵਾਲ ਆ, ਮੈਨੂੰ ਲੱਗਦਾ ਤੁਹਾਨੂੰ ਵੀ ਇਹ ਸਵਾਲ ਇੰਟਰਸਟਿੰਗ ਲੱਗੂਗਾ। ਕਦੀ ਮਨ 'ਚ ਆਇਆ ਨਹੀਂ ਸੀ ਤੁਹਾਡੇ ਪਿਓ ਦਾਦੇ ਵੱਲ ਵੇਖ ਕੇ ਵੀ ਉਹ ਮਿੱਟੀ ਨਾਲ ਮਿੱਟੀ ਹੁੰਦੇ ਆ ਤੇ ਆਪਾਂ ਵਧੀਆ ਸੈਟਲ ਕਰੀਏ, ਚੱਲ ਕੇ ਬਾਹਰ ਅੰਦਰ ਚੱਲੀਏ, ਜਾਂ ਉੱਥੇ ਜਾ ਕੇ ਬੱਚਿਆਂ ਲਈ ਅਸੀਂ ਚੰਗਾ ਭਵਿੱਖ, ਜਿਵੇਂ ਆਮ ਤੌਰ ਤੇ ਧਾਰਨਾ ਬਣੀ ਹੋਈ ਹੈ? ਦੇਖੋ ਜੀ, ਪਿਓ ਦਾਦਿਆਂ ਨੇ ਸਾਡੇ ਲਈ ਇੱਥੇ ਵਧੀਆ ਭਵਿੱਖ ਬਣਾ ਦਿੱਤਾ ਤੇ ਮੈਨੂੰ ਲੱਗਦਾ ਕਿ ਚਲੋ ਇਹ ਹਾਲਾਤ ਦਾ ਕੁਝ ਨਹੀਂ ਆਪਾਂ ਕਹਿ ਸਕਦੇ, ਬਟ ਹਾਲ ਦੀ ਘੜੀ ਜੇ ਮੈਂ ਕਹਾਂ ਤੇ ਬਿਲਕੁਲ ਇਹੋ ਜਿਹਾ ਕੋਈ ਵਿਚਾਰ ਨਹੀਂ ਹੈਗਾ। ਹਾਂ ਜ਼ਰੂਰ ਮੈਂ ਬਾਹਰ ਜ਼ਰੂਰ ਜਾਊਂਗਾ, ਪਰ ਜਾ ਕੇ ਉੱਥੇ 4 ਚੀਜ਼ਾਂ ਦੇਖ ਕੇ ਆਊਂਗਾ ਕਿ ਭਾਈ ਕੋਈ ਹੋਰ ਚੀਜ਼ ਆਪਾਂ ਇੰਪਰੂਵ ਕਰ ਸਕਦੇ ਹੋਈਏ ਇਹਦੇ ਵਿੱਚ, ਜਾਂ ਫਿਰ ਕਿਸੇ ਤਰੀਕੇ ਦੀ ਨਵੀਂ ਕੋਈ ਟੈਕਨੀਕ ਆਈ ਹੈਗੀ ਆ, ਜਾਂ ਫਿਰ 4 ਚੀਜ਼ਾਂ ਮਤਲਬ ਤੁਸੀਂ ਜਦੋਂ ਤੱਕ ਘੁੰਮਦੇ ਨਹੀਂ ਨਾ ਤੇ ਉਹ ਸਿਰਫ ਤੁਸੀਂ ਉਹ ਖੂਹ ਦੇ ਡੱਡੂ ਹੋ ਤੇ ਤੁਹਾਨੂੰ ਲੱਗਦਾ ਸਿਰਫ ਖੂਹ ਦੇ ਵਿੱਚ ਹੀ ਆ ਦੁਨੀਆ, ਤੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ, ਬਾਹਰ ਤੁਸੀਂ ਦੇਖਦੇ ਹੋ, ਮੈਂ ਕਹੂੰਗਾ ਕਿ ਜੀ ਆਪਣੇ ਪਿੰਡ ਤੋਂ ਬਾਹਰ ਚਲੇ ਜਾਓ, ਤੁਹਾਨੂੰ ਪਤਾ 4 ਚੀਜ਼ਾਂ ਨਵੀਆਂ ਪਤਾ ਲੱਗਣ ਲੱਗ ਜਾਂਦੀਆਂ ਕਿ ਉਹ ਫਲਾਣੇ ਪਿੰਡ ਦਾ ਫਲਾਣਾ ਜ਼ਿਮੀਂਦਾਰ ਜਿਹੜਾ ਆ ਉਹ ਇਸ ਹਿਸਾਬ ਨਾਲ ਨਵੀਂ ਖੇਤੀ ਕਰ ਰਿਹਾ ਆ। ਜਦੋਂ ਤੱਕ ਤੁਸੀਂ ਬਾਹਰ ਨਹੀਂ ਨਿਕਲੋਗੇ ਉਦੋਂ ਤੱਕ ਸਿੱਖ ਨਹੀਂ ਸਕਦੇ। ਇਸ ਲਈ ਮੈਂ ਕਹੂੰਗਾ ਬਾਹਰ ਜਾਓ, ਜਾ ਕੇ ਘੁੰਮੋ ਫਿਰੋ, ਦੇਖੋ, ਉੱਥੇ ਨਵੀਆਂ ਚੀਜ਼ਾਂ ਦੇਖੋ, ਸਿੱਖੋ। ਸਭ ਤੋਂ ਮੇਨ ਗੱਲ ਹੁੰਦੀ ਆ ਨਵੀਆਂ ਚੀਜ਼ਾਂ ਸਿੱਖੋ, ਟਰਾਈ ਕਰੋ। ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ, ਇਹ ਨਹੀਂ ਪਤਾ ਕਿ ਕਿੱਥੋਂ ਤੁਸੀਂ ਤੁਰ ਪੈਣਾ। ਹੁਣ ਅਸੀਂ ਹਲਦੀ ਵੀ ਲਾਈ ਸੀਗੀ, ਪੋਪੂਲਰ ਦੇ ਵਿੱਚ ਲਾਈ ਸੀਗੀ ਐਜ਼ ਕਹ ਲਓ ਸੈਕੰਡਰੀ ਕ੍ਰੌਪ ਲਾਈ ਸੀਗੀ, ਬਟ ਪਿਛਲੇ 20-22 ਸਾਲ ਤੋਂ ਸਾਡੀ ਇਹ ਪ੍ਰਾਇਮਰੀ ਕ੍ਰੌਪ ਬਣ ਚੁੱਕੀ ਹੈ। ਸੋ ਐਦਾਂ ਹੀ ਹੈ ਜੀ, ਜਦੋਂ ਤੱਕ ਤੁਸੀਂ ਕਹਿ ਲਓ ਕਿ ਕੋਈ ਚੀਜ਼ ਨਹੀਂ ਟਰਾਈ ਕਰੋਗੇ ਉਦੋਂ ਤੱਕ ਤਾਂ ਉਹ ਫਿਰ ਕਹਿ ਲਓ ਜ਼ੀਰੋ ਦੇ ਉੱਤੇ ਹੀ ਖੜੇ ਹੋ ਤੁਸੀਂ। ਠੀਕ ਹੈ ਰੰਧਾਵਾ ਸਾਹਿਬ, ਧੰਨਵਾਦ, ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਵੀ ਬਹੁਤ ਵਧੀਆ ਲੱਗਾ। ਤਾਂ ਇੱਕ ਤਰ੍ਹਾਂ ਐਗਜ਼ਾਮਪਲ ਬਣੇ ਨੇ ਨੌਜਵਾਨਾਂ ਦੇ ਲਈ, ਜਿੱਥੇ ਜ਼ਿਮੀਂਦਾਰਾਂ ਦੇ ਚੰਗੇ ਚੰਗੇ ਬੱਚੇ ਜਿਹੜੇ ਆ ਉਹ ਬਾਹਰ ਜਾਣ ਨੂੰ ਤਿਆਰ ਆ, ਪਰ ਦੂਸਰੇ ਪਾਸੇ ਇੱਕ ਇਹ ਵੀ ਜ਼ਿਮੀਂਦਾਰ ਹੈ ਜਿਹਨੇ ਕਦੀ ਬਾਹਰ ਜਾਣ ਬਾਰੇ ਸੋਚਿਆ ਹੀ ਨਹੀਂ। ਕਹਿੰਦੇ ਕਿ ਫਸਲ ਦੇ ਵਿੱਚੋਂ ਵਧੀਆ ਮੁਨਾਫਾ ਨਿਕਲਦਾ ਹੈ ਜੇ ਕੱਢਣ ਵਾਲਾ ਹੋਵੇ ਬੰਦਾ। ਤਾਂ ਇਹਨਾਂ ਨੇ ਪਿਛਲੇ ਲਗਾਤਾਰ 20 ਸਾਲ ਤੋਂ ਫਸਲੀ ਚੱਕਰ ਦੇ ਵਿੱਚ ਨਹੀਂ ਫਸੇ, ਪਰ ਇਹ ਜਿਵੇਂ ਹਲਦੀ ਦੀ ਖੇਤੀ ਕਰ ਰਹੇ ਨੇ, ਨਾਲ ਇਹਨਾਂ ਨੇ ਬਾਗ ਲਾਏ ਹੋਏ ਆ, ਇਹਨਾਂ ਚੀਜ਼ਾਂ ਦੇ ਵਿੱਚੋਂ ਹੀ ਵਧੀਆ ਕਮਾਈ ਕਰਕੇ ਆਪਣਾ ਵਧੀਆ ਬੱਚਿਆਂ ਨੂੰ ਭਵਿੱਖ ਇਹਨਾਂ ਦਾ ਸਵਾਰ ਰਹੇ ਆ, ਤੇ ਨਾਲ ਦੀ ਨਾਲ ਇੱਥੇ ਲੋਕਾਂ ਨੂੰ ਵੀ ਸੇਧ ਦੇ ਰਹੇ ਆ, ਨੌਜਵਾਨਾਂ ਨੂੰ ਵੀ ਸੇਧ ਦੇ ਰਹੇ ਆ ਕਿ ਜਿਹੜੇ ਲੱਖਾਂ ਰੁਪਏ ਲਾ ਕੇ ਬਾਹਰ ਨੂੰ ਜਾ ਰਹੇ ਆ, ਉੱਥੇ ਜਾ ਕੇ ਫੇਰ ਦਿਹਾੜੀਆਂ ਕਰ ਰਹੇ ਆ, ਤੁਸੀਂ ਇੱਥੇ ਹੀ ਆਪਣੀ ਜ਼ਮੀਨ ਦੇ ਮਾਲਕ ਹੋ, ਆਪਣੇ ਇੱਥੇ ਪੰਜਾਬ ਦੇ ਵਿੱਚ ਰਾਜੇ ਬਣ ਕੇ ਰਹੋ ਤੇ ਆਪਣੀ ਜਿਹੜੀ ਸੱਭਿਆਚਾਰ ਹੈਗਾ ਉਸ ਦੇ ਨਾਲ ਜੁੜੇ ਰਹੋ। ਕੈਮਰਾਮੈਨ ਗੁਲਚੰਦ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ।